ਹੈਲੋ एवरीवन वेलकम टू माय चैनल जस्ट नोट्स। ਆਪਾਂ ਪੜ੍ਹ ਰਹੇ ਹਾਂ एंशिएंट हिस्ट्री चैप्टर फर्स्ट ਜਿਹਦਾ नेम है इंडस वैली सिविलाइजेशन ਜਾਣੀ कि ਸਿੰਧ ਘਾਟੀ ਸਭਿਅਤਾ। ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਦੇਖਾਂਗੇ। ਇੰਡਸ ਵੈਲੀ ਸਿਵਲਾਈਜੇਸ਼ਨ ਸੀ ਜੋ ਉਹ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾਵਾਂ ਵਿੱਚੋਂ ਇੱਕ ਸੀ। ਸਿਵਲਾਈਜੇਸ਼ਨ ਜਾਂ ਫਿਰ ਸਭਿਅਤਾ ਵਰਡ ਦਾ ਮੀਨਿੰਗ ਕੀ ਹੈ? ਬੇਸਿਕਲੀ ਇਹ ਵਰਡ ਰਿਪਰੈਜ਼ੈਂਟ ਕਰਦਾ ਹੈ ਜੋ ਪੁਰਾਣੇ ਲੋਕ ਸੀ ਜਾਂ ਫਿਰ ਅੱਜ ਦੇ ਲੋਕ ਨੇ, ਇਹਨਾਂ ਦਾ ਕਲਚਰ ਕਿਸ ਤਰੀਕੇ ਦਾ ਹੈ, ਡਾਈਟ ਡਰੈਸਿੰਗ ਸੈਂਸ ਕਿਸ ਤਰੀਕੇ ਦੀ ਹੈ, ਇਹਨਾਂ ਦੀ ਇਕਨੋਮਿਕ ਲਾਈਫ, ਸੋਸ਼ਲ ਲਾਈਫ, ਰਿਲੀਜੀਅਸ ਲਾਈਫ, ਇਹਨਾਂ ਦਾ ਇਨਵਾਇਰਨਮੈਂਟ ਕਿਸ ਤਰੀਕੇ ਨਾਲ ਇਹ ਆਪਣਾ ਐਂਟਰਟੇਨਮੈਂਟ ਕਰਦੇ ਨੇ, ਤੇ ਇਹਨਾਂ ਦੀ ਡਿਵੈਲਪਮੈਂਟ ਕਿੰਨੀ ਹੈ, ਕਿਹੜੀਆਂ ਟੈਕਨੀਕਸ ਇਹ ਯੂਜ਼ ਕਰਦੇ ਨੇ, ਇਹ ਸਾਰਾ ਕੁਝ ਆਪਾਂ ਨੂੰ ਇੱਕ ਸਿਵਲਾਈਜੇਸ਼ਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਜੋ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਉਹ ਇੰਡੀਅਨ ਸਬ ਕੰਟੀਨੈਂਟ ਦੇ ਨਾਰਥ ਵੈਸਟਰਨ ਪਾਰਟ ਦੇ ਵਿੱਚ ਅਰੋਜ਼ ਹੋਈ ਸੀ। ਮਤਲਬ ਕਿ ਭਾਰਤੀ ਉਪ ਮਹਾਦੀਪ ਦੇ ਉੱਤਰ ਪੱਛਮੀ ਹਿੱਸੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ। ਇਟ ਹੈਜ਼ ਵੇਰੀਅਸ ਸਿਨੋਨਿਮਸ, ਇਹ ਵੱਖ-ਵੱਖ ਨਾਵਾਂ ਨਾਲ ਜਾਣੀ ਜਾਂਦੀ ਹੈ, ਜਿਵੇਂ ਕਿ ਇੰਡਸ ਸਿਵਲਾਈਜੇਸ਼ਨ, ਸਿੰਧੂ ਸਭਿਅਤਾ, ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧ ਘਾਟੀ ਸਭਿਅਤਾ। ਇਹ ਜੋ ਨੇਮ ਹੈ ਇਹ ਫਸਟ ਟਾਈਮ ਯੂਜ਼ ਕੀਤਾ ਸੀ ਜੌਨ ਮਾਰਸ਼ਲ ਨੇ, ਜੋ ਕਿ ਇੱਕ ਆਰਕੀਓਲੋਜਿਸਟ ਸੀ। ਆਰਕੀਓਲੋਜਿਸਟ ਕੌਣ ਹੁੰਦੇ ਨੇ? ਜੋ ਆਪਣੇ ਪਾਸਟ ਦੀ ਸਟੱਡੀ ਕਰਦੇ ਨੇ, ਸੋਰਸਿਸ ਦੀ ਰਿਸਰਚ ਕਰਦੇ ਨੇ ਤੇ ਆਪਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਆਪਣੇ ਪਾਸਟ ਦੀ। ਠੀਕ ਹੈ, ਜਿਵੇਂ ਸਾਇੰਟਿਸਟ ਨਿਊ ਚੀਜ਼ਾਂ ਦੀ ਖੋਜ ਕਰਦੇ ਨੇ, ਉਵੇਂ ਹੀ ਆਰਕੀਓਲੋਜਿਸਟ ਹੋ ਗਏ, ਹਿਸਟੋਰੀਅਨਸ ਹੋ ਗਏ, ਇਹ ਆਪਣੇ ਹਿਸਟਰੀ ਦੀ ਡਿਸਕਵਰੀ ਕਰਦੇ ਨੇ ਵੀ ਕਿਸ ਤਰੀਕੇ ਦੇ ਨਾਲ ਸਾਰੇ ਇਵੈਂਟਸ ਜਿਹੜੇ ਹੋਏ ਸੀ। ਨੈਕਸਟ ਹੈ ਹੜੱਪਨ ਸਿਵਲਾਈਜੇਸ਼ਨ। ਇਟ ਇਜ਼ ਮੋਰ ਐਪਰੀਸ਼ੀਏਟ ਟੂ ਕਾਲ ਇਟ ਐਜ਼ ਹੜੱਪਾ ਸਿਵਲਾਈਜੇਸ਼ਨ। ਹੜੱਪਾ ਸਿਵਲਾਈਜੇਸ਼ਨ ਕਹਿਣਾ ਹੀ ਵੱਧ ਉਚਿਤ ਰਹੇਗਾ, ਕਿਉਂਕਿ ਹੜੱਪਾ ਪਹਿਲਾ ਸ਼ਹਿਰ ਸੀ ਜਿਸ ਦੀ ਡਿਸਕਵਰੀ ਦੇ ਨਾਲ ਆਪਾਂ ਨੂੰ ਇਹ ਸਭਿਅਤਾ ਬਾਰੇ ਪਤਾ ਲੱਗਿਆ। ਠੀਕ ਹੈ, ਸੋ ਦੈਟਸ ਵਾਈ ਮੋਸਟਲੀ ਹੜੱਪਨ ਸਿਵਲਾਈਜੇਸ਼ਨ ਹੀ ਇਸ ਨੂੰ ਕਿਹਾ ਜਾਂਦਾ ਹੈਗਾ। ਹੋਰ ਨੇਮ ਹੈ ਸਰਸਵਤੀ ਸਿੰਧੂ ਸਿਵਲਾਈਜੇਸ਼ਨ। ਜੋ ਸਰਸਵਤੀ ਹੈ, ਸਿੰਧੂ ਹੈ, ਇਹ ਬੇਸਿਕਲੀ ਰੀਵਰਸ ਨੇ, ਇਹਨਾਂ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਲਾਈ ਕਰਦੀ ਸੀ, ਤਾਂ ਇੱਕ ਇਹ ਨੇਮ ਵੀ ਇਹਨੂੰ ਦਿੱਤਾ ਗਿਆ। ਨੈਕਸਟ ਹੈ ਬ੍ਰੌਂਜ਼ ਏਜ ਸਿਵਲਾਈਜੇਸ਼ਨ। ਬ੍ਰੌਂਜ਼ ਏਜ ਸਿਵਲਾਈਜੇਸ਼ਨ ਕੀ ਸੀਗਾ? ਵੀ ਉਹ ਟਾਈਮ ਦੇ ਲੋਕ ਸੀ ਜਿਹੜੇ ਉਹ ਬ੍ਰੌਂਜ਼ ਨੂੰ ਬਹੁਤ ਯੂਜ਼ ਕਰਦੇ ਸੀ, ਟੂਲ ਬਣਾਉਣ ਦੇ ਵਿੱਚ, ਵੈਪਨਸ ਬਣਾਉਣ ਦੇ ਵਿੱਚ, ਕਾਫੀ ਸਾਰੀਆਂ ਮੂਰਤੀਆਂ ਬਣਾਉਂਦੇ ਸੀ। ਇਸ ਕਰਕੇ ਇਸ ਸਿਵਲਾਈਜੇਸ਼ਨ ਨੂੰ ਬ੍ਰੌਂਜ਼ ਏਜ ਦਾ ਨਾਮ ਦਿੱਤਾ ਗਿਆ, ਕਿਉਂਕਿ ਉਹ ਬ੍ਰੌਂਜ਼ ਬਹੁਤ ਜ਼ਿਆਦਾ ਹੀ ਵਰਤੋਂ ਕਰਦੇ ਸੀ। ਦੇ ਆਰ ਵਾਈਡਲੀ ਯੂਜ਼ ਦ ਬ੍ਰੌਂਜ਼। ਨੈਕਸਟ ਹੈਗਾ ਵੀ ਇਹ ਜਿਹੜੀ ਸਿਵਲਾਈਜੇਸ਼ਨ ਸੀ ਇਹ ਇੰਡਸ ਰਿਵਰ ਦੇ ਕਿਨਾਰੇ ਤੇ ਸਥਿਤ ਸੀ, ਤਾਂ ਹੀ ਆਪਾਂ ਦੇਖ ਸਕਦੇ ਹਾਂ ਵੀ ਇਹ ਸਿਵਲਾਈਜੇਸ਼ਨ ਦੇ ਅੱਗੇ ਇੰਡਸ ਹੀ ਲਿਖਿਆ ਆ ਰਿਹਾ, ਕਿਉਂਕਿ ਇੰਡਸ ਰਿਵਰ ਦੇ ਨੇੜੇ ਹੀ ਇਹ ਲਾਈ ਕਰਦੀ ਸੀ। ਕੰਟੈਂਪਰੇਰੀ ਸਿਵਲਾਈਜੇਸ਼ਨਸ। ਕੰਟੈਂਪਰੇਰੀ ਦਾ ਮੀਨਿੰਗ ਕੀ ਹੁੰਦਾ ਹੈ? ਉਹ ਇਵੈਂਟਸ ਜੋ ਇੱਕੋ ਟਾਈਮ ਤੇ ਹੋ ਰਹੀਆਂ ਹੋਣ। ਤਾਂ ਕੰਟੈਂਪਰੇਰੀ ਸਿਵਲਾਈਜੇਸ਼ਨ ਸਮਕਾਲੀ ਸਭਿਅਤਾਵਾਂ ਕਿਹੜੀਆਂ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ, ਜੋ ਇਹਦੇ ਨਾਲ ਹੀ ਐਗਜ਼ਿਸਟ ਕਰਦੀਆਂ ਸੀ। ਫਸਟ ਆਪਣੇ ਕੋਲ ਆਉਂਦੀ ਹੈ ਮੈਸੋਪੋਟਾਮੀਆ ਸਿਵਲਾਈਜੇਸ਼ਨ, ਜੋ ਕਿ ਟਾਈਗ੍ਰਿਸ ਐਂਡ ਯੂਫਰੇਟ ਰਿਵਰ ਦੇ ਵਿੱਚ ਪੈਂਦੀ ਹੈ। ਠੀਕ ਹੈ, ਤੇ ਇਹ ਅੱਜ ਦੇ ਟਾਈਮ ਦੇ ਵਿੱਚ ਵੈਸਟਰਨ ਏਸ਼ੀਆ ਐਂਡ ਇਰਾਕ ਦੇ ਵਿੱਚ ਲਾਈ ਕਰਦੀ ਹੈ। ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਏਰੀਆ ਜੇ ਦੇਖੀਏ ਤਾਂ ਮਾਡਰਨ ਵਰਲਡ ਦੇ ਵਿੱਚ ਇਹ ਇੰਡੀਆ ਤੇ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆਉਂਦੀ ਹੈ। ਸੇਮ ਮੈਸੋਪੋਟਾਮੀਆ ਕਿੱਥੇ ਜਾ ਰਹੀ ਹੈ? ਏਸ਼ੀਆ ਐਂਡ ਇਰਾਕ ਦੇ ਵਿੱਚ। ਨੈਕਸਟ ਆਪਣੇ ਕੋਲ ਸ਼ੈਂਗ ਸਿਵਲਾਈਜੇਸ਼ਨ, ਜੋ ਕਿ ਰਿਵਰ ਹਵੈਂਗਹੋ ਉੱਤੇ ਹੈ ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਚਾਈਨਾ ਦੇ ਵਿੱਚ ਲਾਈ ਕਰਦੀ ਹੈ। ਨੈਕਸਟ ਹੈ ਇਜਿਪਟੀਅਨ ਸਿਵਲਾਈਜੇਸ਼ਨ, ਜਾਣੀ ਕਿ ਮਿਸਰ ਦੀ ਸਭਿਅਤਾ। ਇਹ ਨਾਈਲ ਰਿਵਰ ਦੇ ਉੱਤੇ ਹੈ ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਜਿਪਟ ਦੇ ਵਿੱਚ ਇਹ ਲਾਈ ਕਰਦੀ ਹੈ। ਨੈਕਸਟ ਆਪਾਂ ਦੇਖਾਂਗੇ ਡਿਸਕਵਰੀ। ਇਹ ਸਾਰੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਆਪਾਂ ਨੂੰ ਇਨਫੋਰਮੇਸ਼ਨ ਕਿਵੇਂ ਮਿਲੀ, ਕਿਹਨਾਂ ਦੀ ਕੰਟਰੀਬਿਊਸ਼ਨ ਸੀ, ਕਿਹੜੇ ਹਿਸਟੋਰੀਅਨਸ ਦੀ, ਉਹ ਸਭ ਕੁਝ ਆਪਾਂ ਡਿਸਕਵਰੀ ਦੇ ਵਿੱਚ ਦੇਖਾਂਗੇ। 1826 ਦੇ ਵਿੱਚ ਚਾਰਲਸ ਮਰਸਨ ਨੇ, ਜੋ ਕਿ ਇੱਕ ਬ੍ਰਿਟਿਸ਼ ਟਰੈਵਲਰ ਸੀ, ਉਸਨੇ ਕੀ ਦੇਖਿਆ ਵੀ ਹੜੱਪਾ ਦੀ ਸਾਈਡ ਤੇ ਪੁਰਾਣੀਆਂ ਇੱਟਾਂ ਪਈਆਂ ਨੇ। ਮਤਲਬ ਉਹਨੇ ਕੀ ਨੋਟਿਸ ਕੀਤਾ? ਓਲਡ ਬ੍ਰਿਕਸ। ਫਿਰ 1831 ਦੇ ਵਿੱਚ ਕਰਨਲ ਬਰਨਸ, ਜੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਜਾ ਰਹੇ ਹੁੰਦੇ ਨੇ, ਤਾਂ ਉਹ ਜਾਂਦੇ ਟਾਈਮ ਕੀ ਨੋਟਿਸ ਕਰਦੇ ਨੇ ਵੀ ਹੜੱਪਨ ਸਾਈਟਸ ਨੇ ਜਿਹੜੀਆਂ ਉਹ ਬਹੁਤ ਹੀ ਵੈਲ ਡਿਵੈਲਪਡ ਨੇ। 1853 ਐਂਡ 1857 ਦੇ ਵਿੱਚ ਅਲੈਗਜ਼ੈਂਡਰ ਕਨਿੰਗਮ
ਵੀ ਹੜੱਪਨ ਸਾਈਟ ਨੂੰ ਇੰਸਪੈਕਟਡ ਕਰਵਾਉਂਦੇ ਨੇ। ਤਾਂ ਇਹ ਡਿਊਰੇਸ਼ਨ ਦੇ ਵਿੱਚ 1856 ਦੇ ਵਿੱਚ ਜਾਣੀ ਕਿ ਉਹ ਹੜੱਪਨ ਰਿਊਨਸ ਨੂੰ ਯੂਜ਼ ਕਰਕੇ, ਜਾਣੀ ਕਿ ਜੋ ਵੀ ਹੜੱਪਾ ਦਾ ਵੇਸਟ ਮਟੀਰੀਅਲ ਬਚਿਆ ਸੀ ਉਹਨੂੰ ਯੂਜ਼ ਕਰਕੇ ਇੱਕ ਰੇਲਵੇ ਲਾਈਨ ਬਣਾਈ ਜਾਂਦੀ ਹੈ ਕਰਾਚੀ ਤੇ ਲਾਹੌਰ ਦੇ ਵਿੱਚ। ਪਰ ਹੁਣ ਤੱਕ ਕੋਈ ਵੀ ਸੀਰੀਅਸ ਐਫਰਟ ਨਹੀਂ ਸੀ ਲਿਆ ਗਿਆ, ਕੋਈ ਵੀ ਸੀਰੀਅਸ ਕੰਟਰੀਬਿਊਸ਼ਨ ਕਿਸੇ ਨੇ ਵੀ ਨਹੀਂ ਦਿੱਤੀ, ਉਹਨਾਂ ਨੇ ਜਸਟ ਨੋਟਿਸ ਕਰਕੇ ਛੱਡਤਾ। ਤਾਂ ਇਹ ਸਿਵਲਾਈਜੇਸ਼ਨ ਦੇ ਬਾਰੇ ਆਪਾਂ ਨੂੰ ਦੱਸਦੇ ਨੇ ਦਇਆ ਰਾਮ ਸਾਹਨੀ, ਜਿਨ੍ਹਾਂ ਨੇ 1921 ਦੇ ਵਿੱਚ ਹੜੱਪਾ ਸ਼ਹਿਰ ਦੀ ਖੋਜ ਕੀਤੀ। ਇਹ ਪੰਜਾਬ ਦੇ ਮੌਂਟਗੋਮੈਰੀ ਡਿਸਟ੍ਰਿਕਟ ਦੇ ਵਿੱਚ ਲਾਈ ਕਰਦਾ ਸੀ ਤੇ ਜੇ ਅੱਜ ਦੀ ਗੱਲ ਕਰੀਏ ਤਾਂ ਇਹ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਤੇ ਬੇਸਿਕਲੀ ਵੈਰੀ ਇੰਪੋਰਟੈਂਟ ਪੁਆਇੰਟ ਵੀ ਹੜੱਪਾ ਸ਼ਹਿਰ ਸੀ ਜਿਹੜਾ ਇਹ ਕਿਸ ਨਦੀ ਦੇ ਕਿਨਾਰੇ ਤੇ ਸਥਿਤ ਸੀਗਾ, ਤਾਂ ਇਹ ਲੈਫਟ ਬੈਂਕ ਆਫ ਰਿਵਰ ਰਾਵੀ ਦੇ ਉੱਤੇ ਐਗਜ਼ਿਸਟ ਕਰਦਾ ਸੀਗਾ। ਨੈਕਸਟ 1922 ਦੇ ਵਿੱਚ ਰਖਲਦਾਸ ਬੈਨਰਜੀ ਨੇ ਮੋਹੈਂਜੋਦਾਰੋ ਦੀ ਖੋਜ ਕੀਤੀ, ਜੋ ਕਿ ਸਿੰਧ ਦੇ ਲਰਕਾਣਾ ਡਿਸਟ੍ਰਿਕਟ ਦੇ ਵਿੱਚ ਸੀ। ਅੱਜ ਦੇ ਟਾਈਮ ਦੇ ਵਿੱਚ ਇਹ ਵੀ ਪਾਕਿਸਤਾਨ ਦੇ ਵਿੱਚ ਹੈ। ਠੀਕ ਹੈ, ਜਿਹੜੇ ਮੇਨ ਸਿਟੀਜ਼ ਸੀਗੀਆਂ, ਹੜੱਪਾ ਹੋ ਗਿਆ, ਮੋਹੈਂਜੋਦਾਰੋ ਹੋ ਗਿਆ, ਇਹ ਸਾਰੀਆਂ ਹੀ ਪਾਕਿਸਤਾਨ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੀ ਲਾਈ ਕਰਦੀਆਂ ਨੇ। ਸੋ these two excavations prepared the foundation of a new chapter in the history। ਤਾਂ ਇਹ ਦੋ ਡਿਸਕਵਰੀਜ਼ ਆਪਾਂ ਨੂੰ ਮੇਨ ਸਿਵਲਾਈਜੇਸ਼ਨ ਬਾਰੇ ਦੱਸਦੀਆਂ ਨੇ। ਨੈਕਸਟ ਆਪਣੇ ਕੋਲ ਆਉਂਦਾ ਵੀ ਜੀਓਗ੍ਰਾਫਿਕਲ ਐਕਸਟੈਂਟ ਕਿੰਨਾ ਕੁ ਸੀ, ਕਿੰਨਾ ਏਰੀਆ ਇਹ ਕਵਰ ਕਰਦੀ ਸੀ ਜੋ ਇਹ ਸਿਵਲਾਈਜੇਸ਼ਨ ਸੀ। ਸੋ ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ ਵੀ ਇਹ ਇੰਡੀਅਨ ਸਬ ਕੰਟੀਨੈਂਟ ਦਾ ਨਾਰਥ ਵੈਸਟਰਨ ਪਾਰਟ ਹੈ ਜਿਹੜਾ ਉਹਨੂੰ ਕਵਰ ਕਰਦੀ ਸੀ। ਹੁਣ ਨਾਰਥ ਵੈਸਟਰਨ ਪਾਰਟ ਦੇ ਵਿੱਚ ਕਿਹੜੇ ਏਰੀਆਜ਼ ਆ ਜਾਂਦੇ ਨੇ? ਪੰਜਾਬ, ਨਰਦਰਨ ਰਾਜਸਥਾਨ, ਸਿਰਫ ਰਾਜਸਥਾਨ ਦੇ ਉੱਤਰੀ ਇਲਾਕੇ ਹੀ ਇਸ ਵਿੱਚ ਸ਼ਾਮਿਲ ਸੀ, ਜੰਮੂ, ਸਿੰਧ, ਅਫਗਾਨਿਸਤਾਨ ਤੇ ਬਲੋਚਿਸਤਾਨ। ਠੀਕ ਹੈ, ਜੇ ਆਪਾਂ ਡਾਇਰੈਕਸ਼ਨਸ ਦੇਖੀਏ ਤਾਂ ਨਾਰਥ ਦੇ ਵਿੱਚ, ਉੱਤਰ ਦੇ ਵਿੱਚ ਮੰਡਾ ਅਖਨੂਰ ਸੀ ਜੰਮੂ ਐਂਡ ਕਸ਼ਮੀਰ ਦੇ ਵਿੱਚ, ਈਸਟ ਦੇ ਵਿੱਚ ਆਲਮਗੀਰਪੁਰ ਯੂਪੀ ਦੇ ਵਿੱਚ ਸੀ, ਸਾਊਥ ਦੇ ਵਿੱਚ ਦਾਇਮਾਬਾਦ ਮਹਾਰਾਸ਼ਟਰ ਦੇ ਵਿੱਚ, ਤੇ ਵੈਸਟ ਦੇ ਵਿੱਚ ਆਪਣੇ ਕੋਲ ਸੁਤਕਾਗਨ ਡੋਰ ਪਾਕਿਸਤਾਨ ਦੇ ਵਿੱਚ ਜੋ ਕਿ ਲਾਈ ਕਰਦਾ ਸੀ। ਤਾਂ ਇਹ ਸਾਰੀਆਂ ਉਹਦੀਆਂ ਬਾਉਂਡਰੀਜ਼ ਨੇਗੀਆਂ ਹਰ ਇੱਕ ਡਾਇਰੈਕਸ਼ਨ ਦੇ ਵਿੱਚ, ਤਾਂ ਇੱਥੇ ਤੱਕ ਉਹ ਐਗਜ਼ਿਸਟ ਕਰਦਾ ਸੀ। ਜਿਹੜੀਆਂ ਕੈਪੀਟਲ ਸਿਟੀਜ਼ ਸੀਗੀਆਂ ਇੰਦਸ ਵੈਲੀ ਸਿਵਲਾਈਜੇਸ਼ਨ ਦੀਆਂ, ਉਹ ਕਿਹੜੀਆਂ ਸੀ? ਹੜੱਪਾ ਸੀ, ਮੋਹੈਂਜੋਦਾਰੋ ਸੀ। ਪੋਰਟ ਸਿਟੀਜ਼ ਜਾਣੀ ਕਿ ਬੰਦਰਗਾਹਾਂ ਦੇ ਸ਼ਹਿਰ ਕਿਹੜੇ ਸੀ? ਲੋਥਲ, ਸੁਖਤਾਗੈਂਡਰ, ਅਲਾਦੀਨੋ, ਬਾਲਾਕੋਟ ਐਂਡ ਕੁੰਤਾਸੀ। ਸ਼ੇਪ ਕਿਸ ਤਰੀਕੇ ਦੀ ਸੀ ਇੰਦਸ ਵੈਲੀ ਸਿਵਲਾਈਜੇਸ਼ਨ ਦਾ ਏਰੀਆ ਬੇਸਿਕਲੀ ਕਿਸ ਤਰੀਕੇ ਦਾ ਸੀ? ਟ੍ਰਾਇੰਗੂਲਰ ਸ਼ੇਪ ਸੀ ਉਹਦੀ। ਜਿਵੇਂ ਆਪਾਂ ਪੰਜਾਬ ਦੇ ਮੈਪ ਦੀ ਗੱਲ ਕਰੀਏ ਤਾਂ ਉਹ ਵੀ ਥੋੜਾ ਟ੍ਰਾਇੰਗੂਲਰ ਸ਼ੇਪ ਦੇ ਸਿਮਿਲਰ ਹੈ, ਉਵੇਂ ਹੀ ਸੇਮ ਇੰਦਸ ਵੈਲੀ ਸਿਵਲਾਈਜੇਸ਼ਨ ਵੀ ਟ੍ਰਾਇੰਗਲ ਸ਼ੇਪ ਦੀ ਹੀ ਸੀ। ਟੋਟਲ ਏਰੀਆ ਇਹਦਾ ਕਿੰਨਾ ਸੀ? 12,99,600 ਸਕੁਅਰ ਕਿਲੋਮੀਟਰ ਦਾ ਇਹਦਾ ਏਰੀਆ ਸੀ, ਟੋਟਲ ਏਰੀਆ। ਨੈਕਸਟ ਹੈਗੀ ਹੈ ਕ੍ਰੋਨੋਲੋਜੀ। ਕ੍ਰੋਨੋਲੋਜੀ ਜਾਣੀ ਕਿ ਟਾਈਮ ਪੀਰੀਅਡ, ਇੱਕ ਇਵੈਂਟ ਦਾ ਟਾਈਮ ਪੀਰੀਅਡ ਕਿੰਨਾ ਸੀਗਾ ਤੇ ਇਹ ਕੰਟੀਨਿਊ ਜਿਹੜਾ ਚੱਲੇ ਲਾਈਨ ਵਾਈਜ਼। ਆਪਾਂ ਨੂੰ ਕ੍ਰੋਨੋਲੋਜੀ ਲਾਈਨ ਵਾਈਜ਼ ਟਾਈਮ ਪੀਰੀਅਡ ਦੱਸਦੀ ਹੈ ਆਪਾਂ ਨੂੰ ਕਾਲ ਕਰਮ। ਠੀਕ ਹੈ, ਜਿਹੜਾ ਇਹ ਟੌਪਿਕ ਹੈ ਇੰਦਸ ਵੈਲੀ ਸਿਵਲਾਈਜੇਸ਼ਨ ਦੀ ਕ੍ਰੋਨੋਲੋਜੀ ਦੇ ਉੱਤੇ ਬਹੁਤ ਸਾਰੇ ਹਿਸਟੋਰੀਅਨਸ, ਆਰਕੀਓਲੋਜਿਸਟ ਦੇ ਵਿੱਚ ਡਿਬੇਟ ਚੱਲਦੀ ਹੈ। ਠੀਕ ਹੈ, ਅੱਜ ਵੀ ਬਹੁਤ ਸਾਰੇ ਮਤਭੇਦ ਨੇ, ਕਾਫੀ ਸਾਰੀਆਂ ਆਪਾਂ ਬੁੱਕਸ ਦੇਖਾਂਗੇ, ਹਰ ਇੱਕ ਦੇ ਵਿੱਚ ਅਲੱਗ-ਅਲੱਗ ਦਿੱਤਾ ਹੋਇਆ, ਬਟ ਜਿਹੜੀ ਮੋਸਟਲੀ ਅਸੈਪਟਡ ਡੇਟ ਹੈ ਉਹ ਹੈਗੀ ਹੈ 2250 BC ਤੋਂ 1750 BC। ਠੀਕ ਹੈ, ਇਹ ਜਿਹੜੀ ਡੇਟ ਹੈ ਇਹ ਮੋਸਟਲੀ ਸਕੋਲਰਸ ਨੇ ਅਸੈਪਟ ਕੀਤੀ ਹੈ, ਤਾਂ ਇਹੀ ਇੰਦਸ ਵੈਲੀ ਸਿਵਲਾਈਜੇਸ਼ਨ ਦੀ ਡੇਟ ਮੰਨੀ ਜਾਂਦੀ ਹੈ। ਨੈਕਸਟ ਆਪਾਂ ਦੇਖਾਂਗੇ ਇੰਪੋਰਟੈਂਟ ਸਾਈਟਸ ਕਿਹੜੀਆਂ ਨੇਗੀਆਂ। ਫਸਟ ਹੈਗਾ ਆਪਣੇ ਕੋਲ ਹੜੱਪਾ। ਇਹ 1921 ਦੇ ਵਿੱਚ ਡਿਸਕਵਰ ਕੀਤਾ ਗਿਆ ਸੀ ਦਇਆ ਰਾਮ ਸਾਹਨੀ ਵੱਲੋਂ, ਰਾਵੀ ਨਦੀ ਤੇ ਸਥਿਤ ਸੀ ਤੇ ਪਾਕਿਸਤਾਨ ਦੇ ਮੌਂਟਗੋਮੈਰੀ ਡਿਸਟ੍ਰਿਕਟ ਦੇ ਵਿੱਚ ਲਾਈ ਕਰਦਾ ਸੀ। ਮੋਹੈਂਜੋਦਾਰੋ 1922 ਦੇ ਵਿੱਚ ਆਰ.ਡੀ. ਬੈਨਰਜੀ ਵੱਲੋਂ ਡਿਸਕਵਰੀ ਕੀਤੀ ਗਈ, ਇੰਦਸ ਰਿਵਰ ਦੇ ਕਿਨਾਰੇ ਤੇ ਪੈਂਦਾ ਤੇ ਲਰਕਾਣਾ ਡਿਸਟ੍ਰਿਕਟ, ਸਿੰਧ ਦੇ ਲਰਕਾਣਾ ਡਿਸਟ੍ਰਿਕਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਜੋ ਕਿ ਇਹ ਐਗਜ਼ਿਸਟ ਕਰਦਾ ਹੈ। ਚੰਨ ਹੁਦਰੂ 1931 ਦੇ ਵਿੱਚ ਐਨ.ਜੀ. ਮਜੂਮਦਾਰ ਵੱਲੋਂ ਇੰਡਸ ਰਿਵਰ ਦੇ ਕਿਨਾਰੇ ਸਿੰਧ ਪਾਕਿਸਤਾਨ ਦੇ ਵਿੱਚ ਲਾਈ ਕਰਦਾ ਸੀ।
ਸੁਤਕਾ ਜੈਂਡਰ 1931 ਦੇ ਵਿੱਚ ਔਰਲਸਟਾਈਨ ਤੇ ਦਹਿਸ਼ਤ ਰਿਵਰ ਦੇ ਕਿਨਾਰੇ ਤੇ ਸਥਿਤ ਸੀ ਬਲੋਚਿਸਤਾਨ ਜੋ ਕਿ ਪਾਕਿਸਤਾਨ ਦੇ ਵਿੱਚ ਪੈਂਦਾ ਇਹ ਏਰੀਆ, ਉੱਥੇ ਇਹ ਐਗਜ਼ਿਸਟ ਕਰਦਾ ਸੀ। ਰੰਗਪੁਰ 1931 MS ਵਟਸ ਨੇ ਦੀ ਡਿਸਕਵਰੀ ਕੀਤੀ ਨੀਅਰ ਦ ਰਿਵਰ ਮਿਦਾਰ ਐਂਡ ਇਹ ਏਰੀਆ ਲਾਈ ਕਰਦਾ ਸੀ ਗੁਜਰਾਤ ਇੰਡੀਆ ਦੇ ਵਿੱਚ। ਰੋਪੜ ਦੇ ਵਿੱਚ ਇੱਕ ਜਗ੍ਹਾ ਸੀ ਕੋਟਲਾ ਨਿਹੰਗ ਖਾਨ, ਠੀਕ ਹੈ, ਇਹਦੀ 1953 ਦੇ ਵਿੱਚ YD ਸ਼ਰਮਾ ਨੇ ਡਿਸਕਵਰੀ ਕੀਤੀ ਜੋ ਕਿ ਸਤਲੁਜ ਨਦੀ ਦੇ ਕਿਨਾਰੇ ਤੇ ਸਥਿਤ ਸੀ ਤੇ ਇਹ ਪੰਜਾਬ ਦੀ ਇੰਦਸ ਵੈਲੀ ਸਾਈਟ ਸੀ, ਠੀਕ ਹੈ। ਇਹ ਵੈਰੀ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹ ਪੁੱਛ ਲਿਆ ਜਾਂਦਾ ਹੈ ਵੀ ਪੰਜਾਬ ਦੇ ਵਿੱਚ ਕਿਹੜੀ ਇੰਦਸ ਵੈਲੀ ਸਿਵਲਾਈਜੇਸ਼ਨ ਐਗਜ਼ਿਸਟ ਕਰਦੀ ਸੀ, ਸੋ ਉਹ ਹੈਗੀ ਹੈ ਕੋਟਲਾ ਨਿਹੰਗ ਖਾਨ ਰੋਪੜ ਦੇ ਵਿੱਚ। ਲੋਥਲ 1953 SR ਰਾਓ ਨੇ ਡਿਸਕਵਰੀ ਕੀਤੀ, ਬੋਗਾਵਾ ਰਿਵਰ ਦੇ ਨੇੜੇ ਗੁਜਰਾਤ ਇੰਡੀਆ ਦੇ ਵਿੱਚ ਲਾਈ ਕਰਦਾ ਹੈ। ਕਾਲੀਬੰਗਨ 1951 ਇਹ ਕੋਸ਼ ਵੱਲੋਂ ਘਾਗਰ ਨਦੀ ਦੇ ਨੇੜੇ ਰਾਜਸਥਾਨ ਇੰਡੀਆ ਦੇ ਵਿੱਚ। ਧੋਲਾਵੀਰਾ 1967 ਤੋਂ 68 JP ਜੋਸ਼ੀ ਵੱਲੋਂ ਲੂਣੀ ਰਿਵਰ ਐਂਡ ਕੱਛ ਗੁਜਰਾਤ ਦੇ ਵਿੱਚ ਏਰੀਆ ਇਹ ਲਾਈ ਕਰਦਾ ਸੀ। ਬਨਾਵਲੀ 1973 RS ਬਿਸ਼ਟ ਇਹ ਵੀ ਘਾਗਰ ਰਿਵਰ ਦੇ ਨੇੜੇ ਹਰਿਆਣਾ ਦੇ ਵਿੱਚ ਇਹ ਐਗਜ਼ਿਸਟ ਕਰਦਾ ਸੀ। ਰਾਖੀਗੜੀ ਹੈ ਇਹ ਜਿਹੜੀ ਇੰਦਸ ਵੈਲੀ ਸਿਵਲਾਈਜੇਸ਼ਨ ਦੀ ਸਭ ਤੋਂ ਲਾਰਜੈਸਟ ਸਾਈਟ ਸੀਗੀ, ਇਹ ਤੁਸੀਂ ਪੁਆਇੰਟ ਨੋਟ ਕਰ ਲੈਣਾ ਵੀ ਜਿਹੜੀ ਰਾਖੀਗੜੀ ਹੈ ਇਹ ਫਸਟ ਲਾਰਜੈਸਟ ਸਾਈਟ ਸੀਗੀ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਐਗਜ਼ਿਸਟ ਕਰਦੀ ਹੈ। 1997 ਦੇ ਵਿੱਚ ਅਮਰਿੰਦਰ ਨਾਥ ਨੇ ਇਹਦੀ ਡਿਸਕਵਰੀ ਕੀਤੀ, ਘਾਗਰ ਨਦੀ ਦੇ ਨੇੜੇ ਤੇ ਹਰਿਆਣਾ ਦੇ ਵਿੱਚ ਹੈ। ਸੰਗੋਲ ਇਹ ਸੈਕਿੰਡ ਪੰਜਾਬ ਦੀ ਸਾਈਟ ਆ ਜਾਂਦੀ ਹੈ ਆਪਣੇ ਕੋਲ। ਸੰਗੋਲ 1968 ਦੇ ਵਿੱਚ RS ਬਿਸ਼ਟ ਤੇ S ਤਲਵਾੜ ਨੇ ਇਹਦੀ ਡਿਸਕਵਰੀ ਕੀਤੀ ਸੀ ਤੇ ਇਹ ਪੰਜਾਬ ਦੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਐਗਜ਼ਿਸਟ ਕਰਦਾ ਹੈਗਾ। ਹੜੱਪਾ ਸੀ ਜਿਹੜਾ ਇਹ ਸੈਕਿੰਡ ਲਾਰਜੈਸਟ ਸਿਟੀ ਸੀ ਇੰਦਸ ਵੈਲੀ ਸਿਵਲਾਈਜੇਸ਼ਨ ਦੀ। ਫਸਟ ਆਪਾਂ ਦੇਖ ਚੁੱਕੇ ਹਾਂ ਰਾਖੀਗੜੀ ਤੇ ਸੈਕਿੰਡ ਕਿਹੜੀ ਸੀ, ਹੜੱਪਾ। ਮੋਹੈਂਜੋਦਾੜੋ ਵਾਸ ਆਲਸੋ ਨੋਨ ਐਜ਼ ਮਾਊਂਟ ਆਫ ਦ ਡੈਡ, ਇਹਨੂੰ ਮੁਰਦਿਆਂ ਦਾ ਟਿੱਲਾ ਵੀ ਕਿਹਾ ਜਾਂਦਾ ਸੀ। ਚਨਹੁਦਰੋ ਵਾਸ ਓਨਲੀ ਸਿਟੀ ਵਿਦਾਊਟ ਐਨੀ ਸਿਟਾਡਲ। ਚਨਹੁਦਰੋ ਇਕਲੌਤਾ ਇਹੋ ਜਿਹਾ ਸ਼ਹਿਰ ਸੀ ਜਿੱਥੇ ਸਿਟਾਡਲ ਨਹੀਂ ਸੀ ਪਾਏ ਜਾਂਦੇ। ਸਿਟਾਡਲ ਕੀ ਹੁੰਦੇ ਨੇ? ਸਿਟਾਡਲ ਬੇਸਿਕਲੀ ਫੋਰਟ ਟਾਈਪ ਹੁੰਦੇ ਨੇ, ਮਤਲਬ ਜੋ ਲੋਕਾਂ ਦੇ ਬਾਕੀ ਘਰ ਨੇ ਉਹਦੇ ਤੋਂ ਥੋੜੇ ਉੱਤੇ ਲੈਵਲ ਤੇ ਬਣਾਏ ਜਾਂਦੇ ਸੀ ਤੇ ਇਹਨਾਂ ਦੀ ਸ਼ੇਪ ਫੋਰਟ ਵਾਂਗੂ, ਕਿਲੇ ਵਾਂਗੂ ਆਪਾਂ ਕਹਿ ਸਕਦੇ ਹਾਂ। ਤਾਂ ਚਨਹੁਦਰੋ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਸੀ ਮਿਲਦੇ। ਲੋਥਲ ਪੋਰਟ ਸਿਟੀ ਸੀ, ਇੱਥੇ ਵਪਾਰ ਕੀਤਾ ਜਾਂਦਾ ਸੀ, ਇਸ ਕਰਕੇ ਇਹਨੂੰ ਹੜੱਪਨ ਸਿਵਲਾਈਜੇਸ਼ਨ ਦਾ ਮੈਨਚੈਸਟਰ ਕਿਹਾ ਜਾਣ ਲੱਗਿਆ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਕਾਲੀਬੰਗਨ। ਬਲੈਕ ਬੈਂਗਲ ਇਹ ਵਰਡ ਦਾ ਮੀਨਿੰਗ ਹੈ ਡੂ ਨੋਟ ਹੈਵ ਡਰੇਨੇਜ ਸਿਸਟਮ। ਡਰੇਨੇਜ ਸਿਸਟਮ ਨਹੀਂ ਸੀਗਾ। ਡਰੇਨੇਜ ਸਿਸਟਮ ਕਿਹਨੂੰ ਕਿਹਾ ਜਾਂਦਾ ਹੈ ਵੀ ਜੋ ਯੂਜ਼ਡ ਵਾਟਰ ਹੁੰਦਾ ਹੈ ਉਹਦੀ ਮੈਨੇਜਮੈਂਟ ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਡਰੇਨੇਜ ਸਿਸਟਮ ਕਹਿੰਦੇ ਹਾਂ। ਕਾਲੀਬੰਗਨ ਦੇ ਵਿੱਚ ਇਹਦੀ ਕੋਈ ਵੀ ਫੈਸਿਲਿਟੀ ਨਹੀਂ ਸੀਗੀ। ਸੁਰਕੋਟੜਾ ਗੁਜਰਾਤ ਦੇ ਵਿੱਚ ਪੈਂਦਾ ਸੀ, JP ਜੋਸ਼ੀ ਵੱਲੋਂ ਡਿਸਕਵਰ ਕੀਤਾ ਗਿਆ ਸੀ 1964 ਦੇ ਵਿੱਚ। ਇਹ ਏਰੀਏ ਦੇ ਵਿੱਚ ਆਪਾਂ ਨੂੰ ਹੋਰਸ ਦੇ ਰਿਮੇਨ ਦੇਖਣ ਨੂੰ ਮਿਲੇ ਫਸਟ ਟਾਈਮ। ਰਾਖੀਗੜੀ ਆਪਾਂ ਦੇਖ ਚੁੱਕੇ ਹਾਂ ਵੀ ਇੰਡੀਅਨ ਸਾਈਟ ਹੈ ਇੰਦਸ ਸਿਵਲਾਈਜੇਸ਼ਨ ਦੀ। ਇਹ ਸਭ ਤੋਂ ਲਾਰਜੈਸਟ ਤੇ ਪਹਿਲੀ ਸਭ ਤੋਂ ਵੱਡੀ ਸਾਈਟ ਸੀਗੀ। ਧੋਲਾਵੀਰਾ ਕੀ ਹੈਗੀ? ਫੇਮਸ ਸੀ ਇਹ ਸਾਈਟ ਕਾਦੇ ਲਈ? ਵਾਟਰ ਕੰਜ਼ਰਵੇਸ਼ਨ ਦੇ ਲਈ, ਮਤਲਬ ਜੋ ਪਾਣੀ ਦੀ ਸੰਭਾਲ ਦੇ ਲਈ ਬਹੁਤ ਮਸ਼ਹੂਰ ਸੀ ਇਹ ਸ਼ਹਿਰ। ਵਾਟਰ ਦੀ ਜਿਹੜੀ ਮੈਨੇਜਮੈਂਟ ਸੀ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਿਵੈਲਪਡ ਸੀ, ਟੈਕਨੀਕਸ ਬਹੁਤ ਵਧੀਆ ਯੂਜ਼ ਕੀਤੀਆਂ ਗਈਆਂ ਸੀ। ਨੈਕਸਟ ਆਉਂਦਾ ਆਪਣੇ ਕੋਲ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਬੇਸਿਕ ਫੀਚਰਸ ਕੀ ਸੀਗੇ। ਟਾਊਨ ਪਲੈਨਿੰਗ ਯਾਨੀ ਕਿ ਨਗਰ ਯੋਜਨਾ। ਹਾਊਸਿਸ ਸੀ ਜਿਹੜੇ ਉਹ ਪੱਕੀਆਂ ਇੱਟਾਂ ਦੇ ਬਣੇ ਹੁੰਦੇ ਸਨ, ਠੀਕ ਹੈ, ਬਰਨਟ ਬ੍ਰਿਕਸ ਦੇ। ਓਪਨ ਐਂਡ ਏਅਰੀ ਹੁੰਦੇ ਸੀ, ਖੁੱਲੇ ਅਤੇ ਹਵਾਦਾਰ। ਐਵਰੀ ਹਾਊਸ ਕੰਸਿਸਟ ਓਪਨ ਯਾਰਡ, ਕਿਚਨ ਐਂਡ ਬਾਥ ਹਾਊਸ। ਹਰ ਇੱਕ ਘਰ ਦੇ ਵਿੱਚ ਖੁੱਲਾ ਵਿਹੜਾ, ਰਸੋਈ ਘਰ, ਇਸ਼ਨਾਨ ਘਰ ਹੁੰਦਾ ਸੀ। ਤਾਂ ਆਪਾਂ ਇੱਥੋਂ ਦੇਖ ਸਕਦੇ ਹਾਂ ਵੀ ਉਹ ਕਿੰਨੇ ਜ਼ਿਆਦਾ ਡਿਵੈਲਪਡ ਸੀਗੇ। ਗ੍ਰੇਟ ਬਾਥ ਇਹ ਵੈਰੀ ਇੰਪੋਰਟੈਂਟ ਬਿਲਡਿੰਗ ਹੈਗੀ ਇੰਦਸ ਵੈਲੀ ਸਿਵਲਾਈਜੇਸ਼ਨ ਦੀ। ਇਸ ਦੇ ਵਿੱਚੋਂ ਕੁਐਸਚਨ ਆਉਂਦੇ ਨੇ ਵੀ ਇਹ ਕਿੱਥੇ ਫਾਊਂਡ ਹੋਈ ਸੀ, ਤਾਂ ਇਹ ਮੋਹੈਂਜੋਦਾੜੋ ਵਿਖੇ ਇਹਦੀ ਖੋਜ ਕੀਤੀ ਗਈ। 180 ਫੀਟ ਲੌਂਗ ਸੀ, 108 ਫੀਟ ਵਾਈਡ ਸੀ। ਸਟੇਅਰਸ ਬਣਾਈਆਂ ਗਈਆਂ ਸੀ ਉੱਤੇ ਨੀਚੇ ਜਾਣ ਨੂੰ, ਮਤਲਬ ਇਹ ਥੋੜਾ ਡੈਪਥ ਦੇ ਵਿੱਚ ਬਣਾਇਆ ਗਿਆ ਸੀਗਾ।
ਇੱਥੇ ਜਿਹੜੇ ਲੋਕ ਸੀ ਉਹ ਆਉਂਦੇ ਸੀ ਰਿਲੀਜੀਅਸ ਓਕੇਜ਼ਨ ਦੇ ਵੇਲੇ ਬਾਥ ਕਰਨ, ਠੀਕ ਹੈ। ਮਤਲਬ ਕੋਈ ਵੀ ਧਾਰਮਿਕ ਮੌਕਾ ਹੁੰਦਾ ਸੀ ਤਾਂ ਇਹਨਾਂ ਦਾ ਇਹ ਰਿਚੁਅਲ ਸੀਗਾ ਵੀ ਇੱਥੇ ਜਾ ਕੇ ਇਹਨਾਂ ਨੇ ਜ਼ਰੂਰ ਬਾਥ ਕਰਨਾ ਹੀ ਕਰਨਾ ਹੈਗਾ। ਤਾਂ ਆਪਾਂ ਕਹਿ ਸਕਦੇ ਹਾਂ ਵੀ ਗ੍ਰੇਟ ਬਾਥ ਯੂਜ਼ ਕੀਤਾ ਜਾਂਦਾ ਸੀਗਾ ਫॉर ਰਿਲੀਜੀਅਸ ਰਿਚੁਅਲਸ। ਹੋਰ ਬਿਲਡਿੰਗਾਂ ਕਿਹੜੀਆਂ ਸੀਗੀਆਂ? ਸਰਾਵਾਂ ਬਣਾਈਆਂ ਗਈਆਂ ਸੀ ਟਰੈਵਲਰਸ ਵਾਸਤੇ, ਮਤਲਬ ਹਰ ਇੱਕ ਚੀਜ਼ ਦੀ ਫੈਸਿਲਿਟੀ ਉਹਨਾਂ ਨੇ ਦਿੱਤੀ ਸੀ। ਗੋਡਾਊਨ ਹਾਊਸਿਸ ਸੀਗੇ ਲੋਥਲ, ਮੋਹੈਂਜੋਦਾੜੋ, ਹੜੱਪਾ ਦੇ ਵਿੱਚ। ਜਿਹੜੇ ਇਹ 3 ਸਿਟੀਜ਼ ਨੇਗੀਆਂ ਇਹ ਬੇਸਿਕਲੀ ਟ੍ਰੇਡ ਸੈਂਟਰ ਸੀਗੇ। ਤਾਂ ਓਬਵੀਅਸ ਹੈ ਵੀ ਜੋ ਸਮਾਨ ਹੈ ਉਹਨੂੰ ਸਟੋਰੇਜ ਕਰਨ ਦੇ ਲਈ ਗੋਡਾਊਨ ਚਾਹੀਦੇ ਸੀ, ਤਾਂ ਗੋਡਾਊਨ ਹਾਊਸਿਸ ਵੀ ਬਣਾਏ ਜਾਂਦੇ ਸੀ। ਐਂਡ ਮੇਨ ਪੁਆਇੰਟ ਗਵਰਨਮੈਂਟ ਆਫਿਸਿਸ ਵੀ ਹੁੰਦੇ ਸੀ। ਡਰੇਨੇਜ ਸਿਸਟਮ ਬਹੁਤ ਵਧੀਆ ਸੀ, ਰੋਡਸ ਬਹੁਤ ਵਧੀਆ ਬਣੇ ਹੋਏ ਸੀ। ਤੇ ਇੰਪੋਰਟੈਂਟ ਪੁਆਇੰਟ ਹੈ ਵੀ ਇੰਦਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਕਿਤੇ ਵੀ ਟੈਂਪਲਸ ਨਹੀਂ ਸੀਗੇ, ਠੀਕ ਹੈ। ਕਿਤੇ ਵੀ ਆਪਾਂ ਨੂੰ ਟੈਂਪਲ ਦੇਖਣ ਨੂੰ ਨਹੀਂ ਮਿਲੇ। ਨੈਕਸਟ ਆਉਂਦੀ ਹੈ ਉਹਨਾਂ ਦੀ ਇਕਨੋਮਿਕ ਲਾਈਫ, ਜਾਣੀ ਕਿ ਆਰਥਿਕ ਜੀਵਨ ਉਹਨਾਂ ਦਾ ਕਿਸ ਤਰੀਕੇ ਦਾ ਸੀ। ਐਗਰੀਕਲਚਰ ਖੇਤੀਬਾੜੀ ਹੀ ਉਹਨਾਂ ਦਾ ਮੇਨ ਆਕਿਊਪੇਸ਼ਨ ਸੀ। ਵੀਟ ਬਾਰਲੀ ਮੇਨ ਕ੍ਰੌਪਸ ਸੀ, ਕਣਕ ਤੇ ਜੌਂ ਜਿਨ੍ਹਾਂ ਦੀ ਉਹ ਕਲਟੀਵੇਸ਼ਨ ਕਰਦੇ ਸੀ। ਤੇ ਇੰਦਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਦੁਨੀਆ ਦੇ ਸਭ ਤੋਂ ਪਹਿਲੇ ਲੋਕ ਸੀ ਜਿਨ੍ਹਾਂ ਨੇ ਕੋਟਨ ਨੂੰ ਪ੍ਰੋਡਿਊਸ ਕੀਤਾ ਸੀ। ਇਹ ਇੰਪੋਰਟੈਂਟ ਵੀ ਬਹੁਤ ਇੰਪੋਰਟੈਂਟ ਹੈ ਵੀ ਸਭ ਤੋਂ ਪਹਿਲਾਂ ਕੋਟਨ ਕਿੱਥੇ ਪ੍ਰੋਡਿਊਸ ਹੋਈ, ਤਾਂ ਉਹ ਇੰਦਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਹੀ ਪ੍ਰੋਡਿਊਸ ਹੋਈ। ਐਨੀਮਲ ਰੇਅਰਿੰਗ, ਉਹ ਪਸ਼ੂ ਪਾਲਦੇ ਸੀ। ਕਿਹੜੇ ਐਲੀਫੈਂਟਸ, ਕੈਮਲਸ, ਪਿਗ, ਸ਼ਿਪ, ਗੋਟਸ ਤੇ ਡੌਗਸ। ਇੱਥੇ ਕਾਓ ਨਹੀਂ ਸੀ, ਕਾਓ ਵਗੈਰਾ ਨਹੀਂ ਸੀ, ਜਸਟ ਆਹ ਐਨੀਮਲਸ ਹੀ ਸੀਗੇ। ਨੈਕਸਟ ਆਪਣੇ ਕੋਲ ਆਉਂਦਾ ਟ੍ਰੇਡ। ਉਹ ਕਿਹਨਾਂ ਨਾਲ ਵਪਾਰ ਕਰਦੇ ਸੀ? ਆਪਾਂ ਪਿੱਛੇ ਕੰਟੈਂਪਰੇਰੀਜ਼ ਸਿਵਲਾਈਜੇਸ਼ਨਸ ਦੇਖ ਕੇ ਗਏ ਆ, ਤਾਂ ਇਹ ਉਹਨਾਂ ਨਾਲ ਹੀ ਵਪਾਰ ਕਰਦੇ ਸੀਗੇ। ਮੈਸੋਪੋਟਾਮੀਆ ਹੋ ਗਿਆ, ਇਜਿਪਟ ਹੋ ਗਿਆ, ਸੁਮੇਰ ਹੋ ਗਿਆ, ਠੀਕ ਹੈ। ਤੇ ਟਰਾਂਸਪੋਰਟੇਸ਼ਨ ਦੇ ਲਈ ਇਹ ਬਲੌਕ ਕਾਰਟ ਹੀ ਯੂਜ਼ ਕਰਦੇ ਸੀਗੇ। ਬਾਰਟਰ ਸਿਸਟਮ ਚੱਲਦਾ ਸੀਗਾ, ਮਤਲਬ ਉਹ ਟਾਈਮ ਤੇ ਇੰਨੀ ਜ਼ਿਆਦਾ ਮਨੀ ਦੀ ਵੈਲਿਊ ਨਹੀਂ ਸੀ, ਮਨੀ ਹੈ ਹੀ ਨਹੀਂ ਸੀ, ਤਾਂ ਚੀਜ਼ਾਂ ਦਾ ਲੈਣਾ ਦੇਣਾ ਹੀ ਚੱਲਦਾ ਸੀ। ਤਾਂ ਬਾਰਟਰ ਸਿਸਟਮ ਕੀ ਹੈ? ਚੀਜ਼ ਦੇ ਬਦਲੇ ਚੀਜ਼ ਲੈਣੀ। ਤਾਂ ਉਹ ਟਾਈਮ ਤੇ ਇਹ ਸਿਸਟਮ ਚੱਲਦਾ ਹੁੰਦਾ ਸੀ। ਹੋਰ ਆਕਿਊਪੇਸ਼ਨ ਕਿਹੜੇ ਸੀ? ਕਲੋਥ ਬਣਾਉਣੇ, ਜਵੈਲਰੀਜ਼ ਬਣਾਉਣੀਆਂ, ਟॉयਜ਼ ਬਣਾਉਣੀਆਂ, ਯੂਟੈਂਸਿਲਸ ਬਣਾਉਣੇ, ਆਈਡਲਸ ਬਣਾਉਣੀਆਂ, ਠੀਕ ਹੈ। ਤਾਂ ਮਤਲਬ ਉਹ ਟਾਈਮ ਦੇ ਜਿਹੜੇ ਪੀਪਲ ਸੀਗੇ ਉਹਨਾਂ ਦਾ ਮਾਈਂਡ ਬਹੁਤ ਹੀ ਜ਼ਿਆਦਾ ਸ਼ਾਰਪ ਸੀ, ਬਹੁਤ ਹੀ ਸਕਿਲਡ ਮਾਈਂਡ ਸੀ ਉਹਨਾਂ ਦਾ। ਉਹਨਾਂ ਨੇ ਆਪਣੀ ਟਾਊਨ ਪਲੈਨਿੰਗ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਸੀ। ਇਸ ਕਰਕੇ ਇਹ ਸਿਵਲਾਈਜੇਸ਼ਨ ਨੂੰ ਅਰਬਨ ਨੇਮ ਦਿੱਤਾ ਗਿਆ ਹੈਗਾ, ਰੂਰਲ ਨਹੀਂ ਅਰਬਨ ਦਿੱਤਾ ਗਿਆ, ਕਿਉਂਕਿ ਬਹੁਤ ਜ਼ਿਆਦਾ ਡਿਵੈਲਪਡ ਸੀ। ਨੈਕਸਟ ਹੈਗੀ ਆਪਣੇ ਕੋਲ ਰਿਲੀਜੀਅਸ ਲਾਈਫ, ਧਾਰਮਿਕ ਜੀਵਨ। ਵਰਸ਼ਿਪ ਆਫ ਮਦਰ ਗੋਡੈਸ, ਦੇਵੀ ਮਾਂ ਦੀ ਪੂਜਾ ਕਰਦੇ ਸੀ। ਵਰਸ਼ਿਪ ਆਫ ਐਨੀਮਲਸ ਐਂਡ ਟਰੀਜ਼, ਇਹ ਇਨਵਾਇਰਨਮੈਂਟ ਦੀ ਹੀ ਪੂਜਾ ਕਰਦੇ ਸੀ, ਪਸ਼ੂਆਂ ਦੀ, ਰੁੱਖਾਂ ਦੀ। ਮੇਨ ਇਹ ਪਿੱਪਲ ਟਰੀ ਦੀ ਪੂਜਾ ਕਰਦੇ ਸੀ। ਲਾਰਡ ਸ਼ਿਵਾ ਦੀ ਇਹ ਪੂਜਾ ਕਰਦੇ ਸੀ, ਜਿਹਨੂੰ ਤ੍ਰਿਮੁਖੀ ਪਸ਼ੂਪਤੀ ਯੋਗੇਸ਼ਵਰੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਆਉਂਦੀ ਹੈ ਆਪਣੇ ਕੋਲ ਸੋਸ਼ਲ ਲਾਈਫ, ਸਮਾਜਿਕ ਜੀਵਨ। ਵੂਮੈਨਸ ਦੀ ਬਹੁਤ ਹੀ ਵਧੀਆ ਪੋਜੀਸ਼ਨ ਸੀ ਸੁਸਾਇਟੀ ਦੇ ਵਿੱਚ, ਠੀਕ ਹੈ। ਕੋਈ ਵੀ ਉੱਥੇ ਡਿਸਕ੍ਰਿਮੀਨੇਸ਼ਨ ਨਹੀਂ ਸੀ, ਬॉयਜ਼ ਤੇ ਗਰਲਸ ਨੂੰ ਇਕੁਅਲ ਟਰੀਟ ਕੀਤਾ ਜਾਂਦਾ ਸੀ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਸੀਗਾ। ਤੇ ਨਾ ਹੀ ਕੋਈ ਜਾਤ ਪਾਤ ਦਾ ਸਿਸਟਮ ਸੀਗਾ, ਨੋ ਕਾਸਟ ਸਿਸਟਮ ਵਾਸ ਦੇਅਰ। ਐਂਡ ਡਿਵੀਜ਼ਨ ਕੀਤੀ ਜਾਂਦੀ ਸੀ, ਬਟ ਕਿਹਦੇ ਬੇਸ ਤੇ? ਲੋਕਾਂ ਦੇ ਕੰਮ ਦੇ ਬੇਸ ਤੇ ਹੀ ਡਿਵੀਜ਼ਨ ਕੀਤੀ ਜਾਂਦੀ ਸੀ। ਤਾਂ ਇੱਥੋਂ ਆਪਾਂ ਕਹਿ ਸਕਦੇ ਹਾਂ ਵੀ ਉਹ ਜਿਹੜੇ ਲੋਕ ਸੀ ਬਹੁਤ ਹੀ ਓਪਨ ਮਾਈਂਡ ਦੇ ਸੀਗੇ। ਆਰਟ ਆਫ ਸਕਲਪਚਰ, ਮੂਰਤੀ ਕਲਾ। ਉਹ ਪੱਥਰਾਂ ਦੀ, ਟੈਰਾਕੋਟਾ ਦੀ, ਮੈਟਲ ਨੂੰ ਯੂਜ਼ ਕਰਕੇ ਮੂਰਤੀਆਂ ਬਣਾਉਂਦੇ ਸੀ, ਠੀਕ ਹੈ। ਬਰਡਡ ਮੈਨ, ਕਲੇ ਫਿਗਰ ਆਫ ਮਦਰ ਗੋਡੈਸ, ਡਾਂਸਿੰਗ ਗਰਲ, ਇਹ ਮੇਨ ਮੂਰਤੀਆਂ ਨੇ ਜੋ ਆਰਕੀਓਲੋਜਿਸਟ ਨੂੰ ਮਿਲੀਆਂ ਨੇਗੀਆਂ, ਠੀਕ ਹੈ। ਜਿਹੜੀ ਡਾਂਸਿੰਗ ਗਰਲ ਹੈ ਉਹ ਬ੍ਰੌਂਜ਼ ਦੀ ਬਣੀ ਹੋਈ ਸੀਗੀ, ਤਾਂ ਇਸ ਕਰਕੇ ਇਹਨੂੰ ਬ੍ਰੌਂਜ਼ ਏਜ ਵੀ ਕਿਹਾ ਜਾਂਦਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬ੍ਰੌਂਜ਼ ਦੀਆਂ ਹੀ ਬਣੀਆਂ ਹੁੰਦੀਆਂ ਸੀ। ਤੇ ਇਹ ਤਿੰਨੇ ਚੀਜ਼ਾਂ, ਬਰਡਡ ਮੈਨ, ਮਦਰ ਗੋਡੈਸ, ਡਾਂਸਿੰਗ ਗਰਲ, ਇਹ ਮੋਹੈਂਜੋਦਾੜੋ ਵਿੱਚ ਹੀ ਆਪਾਂ ਨੂੰ ਫਾਊਂਡ ਹੋਈਆਂ ਸੀਗੀਆਂ, ਠੀਕ ਹੈ। People were also known to art of pottery, ornament, painting।
ਤਸਵੀਰਾਂ ਬਣਾਉਣੀਆਂ ਵੀ ਜਾਣਦੇ ਸੀ, ਗਹਿਣੇ ਬਣਾਉਣੇ ਵੀ ਜਾਣਦੇ ਸੀ ਤੇ ਮਿੱਟੀ ਦੇ ਭਾਂਡੇ ਬਣਾਉਣ ਦੀ ਵੀ ਕਲਾ ਉਹਨਾਂ ਨੂੰ ਆਉਂਦੀ ਸੀ। ਡਾਈਟ ਕਿਸ ਤਰੀਕੇ ਦੀ ਸੀ? ਉਹ ਨਾਨ ਵੈਜੀਟੇਰੀਅਨ ਤਾਂ ਹੈਗੇ ਸੀ, ਪਰ ਉਹ ਫਲ ਵੀ ਖਾਂਦੇ ਸੀ, ਸਬਜ਼ੀਆਂ ਵੀ ਖਾਂਦੇ ਸੀ, ਮਤਲਬ ਸਭ ਕੁਝ ਖਾਂਦੇ ਸੀਗੇ। ਡਰੈਸ ਕਿਸ ਤਰੀਕੇ ਦੀ ਸੀ? ਗਰਲਸ ਨੂੰ ਮੇਕਅਪ ਕਰਨਾ ਬਹੁਤ ਪਸੰਦ ਸੀ, ਕਾਟਨ ਦੇ ਕਲੋਥਸ ਪਾਉਂਦੇ ਸੀ, ਜਵੈਲਰੀਜ਼ ਯੂਜ਼ ਕਰਦੇ ਸੀ, ਠੀਕ ਹੈ। ਬੀਡਸ ਦੇ ਬਣੀਆਂ ਹੋਈਆਂ ਜਵੈਲਰੀਜ਼, ਮਤਲਬ ਮੋਤੀਆਂ ਦੀਆਂ ਬਣੀਆਂ ਹੋਈਆਂ ਜਵੈਲਰੀਜ਼ ਉਹ ਯੂਜ਼ ਕਰਦੇ ਸੀ, ਗਰਲਸ ਵੀ ਬॉयਜ਼ ਵੀ। ਐਂਟਰਟੇਨਮੈਂਟ ਉਹਨਾਂ ਦਾ ਹੰਟਿੰਗ ਕਰਕੇ ਹੁੰਦਾ ਸੀ, ਐਨੀਮਲ ਰੀਅਰਿੰਗ ਕਰਕੇ ਹੁੰਦਾ ਸੀ, ਐਨੀਮਲ ਫਾਈਟਿੰਗ ਮਤਲਬ ਕਿ ਜਾਨਵਰਾਂ ਦੀਆਂ ਲੜਾਈਆਂ ਉਹ ਕਰਵਾਉਂਦੇ ਸੀ, ਤੇ ਬੱਚਿਆਂ ਦੇ ਲਈ ਟॉयਜ਼ ਖਿਡੌਣੇ ਵੀ ਬਣਾਏ ਜਾਂਦੇ ਸੀ। ਤਾਂ ਇਹ ਛੋਟਾ ਜਿਹਾ ਹੀ ਟੌਪਿਕ ਹੈ, ਹੋਰ ਇਹਦੇ ਰਿਲੇਟਡ ਪੁਆਇੰਟ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਨੈਕਸਟ ਹੈ ਸਕ੍ਰਿਪਟ। ਲਿਪੀ ਉਹਨਾਂ ਦੀ ਕਿਸ ਤਰੀਕੇ ਦੀ ਸੀ? ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਉਹ ਪ੍ਰੋਟੋ ਹਿਸਟਰੀ ਦੇ ਵਿੱਚ ਆਉਂਦੀ ਹੈ, ਮਤਲਬ ਕਿ ਉਹ ਟਾਈਮ ਜਿੱਥੇ ਰਿਟਨ ਰਿਕਾਰਡ ਵੀ ਨਹੀਂ ਸੀਗੇ, ਮਤਲਬ ਹੈਗੇ ਸੀ, ਆਪਾਂ ਉਹਨੂੰ ਡੈਸੀਫਰ ਨਹੀਂ ਕਰ ਸਕਦੇ ਸੀ, ਮਤਲਬ ਉਹਨਾਂ ਦੀ ਪਛਾਣ ਨਹੀਂ ਸੀ ਕਰ ਸਕਦੇ। ਤਾਂ ਪਿਕਟੋਗ੍ਰਾਫਿਕ ਸੀਗੀ, ਚਿੱਤਰਾਂ ਨੂੰ ਬਣਾ ਕੇ ਉਹ ਲਿਖਦੇ ਸੀਗੇ, ਤੇ ਰਾਈਟ ਟੂ ਲੈਫਟ ਲਿਖਦੇ ਸੀ, ਜਿਵੇਂ ਉਰਦੂ ਲਿਖੀ ਜਾਂਦੀ ਹੈ ਉਸ ਤਰੀਕੇ ਦੇ ਨਾਲ ਇਹਨੂੰ ਲਿਖਦੇ ਸੀਗੇ, ਤੇ ਅਨਡੈਸੀਫਰ ਸੀ, ਸਮਝਿਆ ਨਹੀਂ ਸੀ ਜਾ ਸਕਦਾ। ਸੀਲਸ ਮੋਹਰਾਂ, ਸੀਲਸ ਵੀ ਮਿਲੀਆਂ ਮੋਹੈਂਜੋ ਦਾਰੋ ਦੇ ਵਿੱਚ, ਠੀਕ ਹੈ, ਜੋ ਕਿ ਹਾਰਡ ਕਲੇ ਆਈਵਰੀ ਹਾਥੀ ਦੇ ਦੰਦਾਂ ਦੀਆਂ ਬਣੀਆਂ ਹੁੰਦੀਆਂ ਸੀ। ਉਹਨਾਂ ਉੱਤੇ ਹਿਊਮਨਸ, ਐਨੀਮਲਸ ਤੇ ਟਰੀਜ਼ ਦੇ ਪੈਟਰਨ ਬਣੇ ਹੁੰਦੇ ਸੀ। ਸੀਲਸ ਨੂੰ ਉਹ ਕਿਉਂ ਬਣਾਉਂਦੇ ਸੀ? ਇਹ ਟੌਪਿਕ ਤੇ ਵੀ ਡਿਬੇਟਸ ਚੱਲਦੀਆਂ ਸੀ ਹਿਸਟੋਰੀਅਨਸ ਦੀਆਂ, ਆਰਕੀਓਲੋਜਿਸਟ ਦੀਆਂ, ਤਾਂ ਹਰੇਕ ਦੇ ਅਲੱਗ-ਅਲੱਗ ਵਿਊ ਨੇ। ਕੁਝ ਕਹਿੰਦੇ ਨੇ ਵੀ ਉਹ ਟ੍ਰੇਡ ਦੇ ਲਈ ਯੂਜ਼ ਕਰਦੇ ਸੀ, ਕੁਝ ਦੱਸਦੇ ਨੇ ਵੀ ਉਹ ਸਿਰਫ ਡੈਕੋਰੇਸ਼ਨ ਦੇ ਲਈ ਹੀ ਯੂਜ਼ ਕਰਦੇ ਸੀ। ਅੱਧਿਆਂ ਦਾ ਮੰਨਣਾ ਹੈ ਵੀ ਉਹ ਆਪਣੇ ਐਨਸੈਸਟਰਸ ਦੀ ਯਾਦ ਦੇ ਵਿੱਚ, ਜਾਣੀ ਕਿ ਐਲਡਰਸ ਦੀ ਯਾਦ ਦੇ ਵਿੱਚ ਹੀ ਆਪਣੇ ਕੋਲ ਰੱਖਦੇ ਸੀ। ਤਾਂ ਸੀਲਸ ਦਾ 3 ਯੂਜ਼ ਦੱਸੇ ਗਏ ਨੇ, ਟ੍ਰੇਡਿੰਗ ਦੇ ਲਈ, ਡੈਕੋਰੇਸ਼ਨ ਦੇ ਲਈ, ਸਾਈਨ ਆਫ ਐਲਡਰਸ ਦੇ ਲਈ। ਨੈਕਸਟ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਡਿਕਲਾਈਨ ਕਿਸ ਤਰ੍ਹਾਂ ਹੋਈ? ਆਪਾਂ ਦੇਖਿਆ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਬਹੁਤ ਹੀ ਓਪਨ ਮਾਈਂਡ ਸੀ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੀ ਵੈਲ ਡਿਵੈਲਪਡ ਟਾਊਨ ਪਲੈਨਿੰਗ ਸੀ, ਪਰ ਉਹ ਤਾਂ ਵੀ ਕਿਸ ਤਰੀਕੇ ਦੇ ਨਾਲ ਖਤਮ ਹੋ ਚੁੱਕੀ ਸੀ, ਇਸ ਦੇ ਬਾਰੇ ਆਪਾਂ ਦੇਖਾਂਗੇ। ਅਲੱਗ-ਅਲੱਗ ਵਿਊਜ਼ ਆਪਾਂ ਨੂੰ ਮਿਲਦੇ ਨੇ ਹਿਸਟਰੀ ਦੇ ਵਿੱਚ ਪੜ੍ਹਨ ਨੂੰ। ਫਰਸਟ ਹੈਗਾ ਇਨਵੈਂਸ਼ਨਸ ਆਫ ਆਰੀਅਨਸ। ਮੰਨਿਆ ਜਾਂਦਾ ਹੈ ਵੀ ਸੈਂਟਰਲ ਏਸ਼ੀਆ ਦੇ ਵਿੱਚੋਂ ਇੱਕ ਆਰੀਅਨ ਨਾਮ ਦੀ ਕਮਿਊਨਿਟੀ ਆਈ, ਜਿਨ੍ਹਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਉੱਤੇ ਕਬਜ਼ਾ ਕਰ ਲਿਆ। ਤਾਂ ਇਸ ਤਰੀਕੇ ਦੇ ਨਾਲ ਵੀ ਮੰਨਿਆ ਜਾਂਦਾ ਹੈ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਉਹ ਖਤਮ ਹੋ ਗਏ ਹੋਣ। ਸੈਕਿੰਡ ਰੀਜ਼ਨ ਹੈਗਾ ਫਲੱਡਸ ਦਾ, ਵੀ ਸ਼ਾਇਦ ਹੜ੍ਹ ਆਏ ਹੋਣਗੇ ਜਿਹਦੇ ਕਰਕੇ ਪੂਰਾ ਜਿਹੜਾ ਟਾਊਨ ਹੈ ਉਹ ਡਿਸਟਰੋਏ ਹੋ ਚੁੱਕਿਆ ਹੋਵੇਗਾ। ਭੂਚਾਲ ਦੇ ਨਾਲ, ਅੱਗ ਦੇ ਨਾਲ ਹੋ ਸਕਦਾ ਹੈ। ਐਂਡ ਨੈਕਸਟ ਹੈਗਾ ਕਲਾਈਮੇਟ ਚੇਂਜ, ਬਦਲਦੀ ਜਲਵਾਯੂ ਦੇ ਨਾਲ ਵੀ ਜਿਹੜੀ ਇੰਡਸ ਸਿਵਲਾਈਜੇਸ਼ਨ ਹੈਗੀ ਸ਼ਾਇਦ ਉਹ ਖਤਮ ਹੋ ਗਈ ਹੋਵੇ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਟਾਊਨ ਪਲੈਨਿੰਗ ਕਰਦੇ ਸੀ, ਜਿਹਦੇ ਕਰਕੇ ਫੋਰੈਸਟ ਦੀ ਜਿਹੜੀ ਪਰਸੈਂਟੇਜ ਸੀ ਉਹ ਡਿਕਰੀਜ਼ ਹੋ ਗਈ ਹੋਊਗੀ, ਤਾਂ ਜਿਹਦੇ ਕਰਕੇ ਜਿਹੜੀ ਰੇਨਫੋਲ ਹੈ ਉਹ ਵੀ ਘਟ ਗਈ ਹੋਊਗੀ। ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ ਵੀ ਕਲਾਈਮੇਟ ਚੇਂਜ ਦੇ ਕਾਰਨ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕਾਂ ਦਾ ਖਾਤਮਾ ਹੋ ਗਿਆ। ਐਂਡ ਨੈਕਸਟ ਲਾਸਟ ਹੈਗਾ ਐਪੀਡੈਮਿਕ, ਮਤਲਬ ਮੰਨਿਆ ਜਾਂਦਾ ਵੀ ਸ਼ਾਇਦ ਉਸ ਟਾਈਮ ਤੇ ਕੋਈ ਮਹਾਮਾਰੀ ਆਈ ਹੋਊਗੀ ਜਿਸ ਦੇ ਕਾਰਨ ਕਾਫੀ ਸਾਰੇ ਲੋਕਾਂ ਨੂੰ ਇਹ ਬਿਮਾਰੀ ਲੱਗੀ ਤੇ ਬਿਮਾਰੀ ਦੇ ਕਾਰਨ ਉਹ ਮਰ ਚੁੱਕੇ ਸੀ। ਜਿਵੇਂ ਰੀਸੈਂਟਲੀ 2019 ਦੇ ਵਿੱਚ ਆਪਣੇ ਕੋਲ ਕੋਵਿਡ ਆਇਆ, ਸੇਮ ਮੰਨਿਆ ਜਾਂਦਾ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਵੀ ਕੋਈ ਐਪੀਡੈਮਿਕ ਬਿਮਾਰੀ ਆਈ ਹੋਣੀ ਹੈ, ਜਿਸ ਦੇ ਕਰਕੇ ਇੰਡਸ ਵੈਲੀ ਸਿਵਲਾਈਜੇਸ਼ਨ ਆਪਣੇ ਕੋਲ ਖਤਮ ਹੋ ਚੁੱਕੀ ਸੀ। ਸੋ ਇਹ ਸੀਗਾ ਇਹ ਚੈਪਟਰ ਦਾ ਆਪਣਾ ਐਂਡ। ਸੋ ਰਿਲੇਟਡ ਇਹਦੇ 1 ਵਰਡ ਕੁਐਸਚਨਸ ਵੀ ਨੇ, ਆਪਾਂ ਦੇਖ ਲੈਂਦੇ ਹਾਂ ਇੱਕ ਵਾਰ। ਲੋਕਲ ਨੇਮ ਮੋਹੈਂਜੋਦਾਰੋ ਦਾ ਕੀ ਹੈਗਾ? ਮਾਊਂਟਸ ਆਫ ਡੈਡ। ਓਨਲੀ ਸਿਟੀ ਇੰਡਸ ਦੀ ਜਿਹਦੇ ਵਿੱਚ ਫੋਰਟੀਫਿਕੇਸ਼ਨ ਨਹੀਂ ਹੈਗੀ, ਮਤਲਬ ਫੋਰਟ ਟਾਈਪ ਕਿਤੇ ਵੀ ਕੁਝ ਵੀ ਬਣਿਆ ਨਹੀਂ ਹੋਇਆ ਹੈਗਾ, ਉਹ ਹੈਗਾ ਚਨਹੂਦਰੋ। ਮੈਨ ਮੇਡ ਪੋਰਟ ਸਿਟੀ ਕਿਹੜੀ ਆ? ਲੋਥਲ। ਜਿਹੜੇ ਲੋਥਲ ਹੈ ਇਹ ਇੱਕ ਆਰਟੀਫਿਸ਼ੀਅਲ ਪੋਰਟ ਸਿਟੀ ਹੈ, ਮਤਲਬ ਉਹ ਨੈਚੁਰਲ ਨਹੀਂ ਹੈਗੀ, ਕੁਦਰਤੀ ਨਹੀਂ ਹੈਗੀ, ਉਹ ਲੋਕਾਂ ਨੇ ਆਪ ਬਣਾਈ ਹੋਈ ਸੀਗੀ। ਤਾਂ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਵੀ ਆਰਟੀਫਿਸ਼ੀਅਲ ਪੋਰਟ ਸਿਟੀ ਕਿਹੜੀ ਸੀਗੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ? ਉਹ ਹੈਗੀ ਸੀ ਆਪਣੇ ਕੋਲ ਲੋਥਲ। ਸਭ ਤੋਂ ਪਹਿਲੀ ਸਿਟੀ, ਅਰਲੀਐਸਟ ਸਿਟੀ ਕਿਹੜੀ ਡਿਸਕਵਰ ਕੀਤੀ ਗਈ ਸੀ? ਹੜੱਪਾ ਦੀ।
ਹੜੱਪਨ ਦੇ ਜਿਹੜੇ ਲੋਕ ਸੀ ਉਹ ਕਿਹੜੇ ਮੈਟਲ ਦਾ ਯੂਜ਼ ਨਹੀਂ ਸੀ ਜਾਣਦੇ, ਉਹ ਸੀ ਆਪਣੇ ਕੋਲ ਆਇਰਨ। ਗ੍ਰੈਨਰੀ ਜਿਹੜੀ ਹੜੱਪਾ ਦੇ ਵਿੱਚ ਡਿਸਕਵਰ ਹੋਈ ਸੀ ਉਹ ਕਿੱਥੇ ਲੋਕੇਟ ਕਰਦੀ ਸੀ, ਰਾਵੀ ਨਦੀ ਦੇ ਕਿਨਾਰੇ ਤੇ। ਠੀਕ ਹੈ, ਗ੍ਰੈਨਰੀ ਮਤਲਬ ਜਿਹੜੇ ਗੋਦਾਮ ਘਰ ਸੀ ਜਿੱਥੇ ਉਹ ਸਟੋਰੇਜ ਕਰਦੇ ਸੀਗੇ। ਮੋਸਟ ਕਾਮਨ ਐਨੀਮਲ ਫਿਗਰ, ਸਭ ਤੋਂ ਜ਼ਿਆਦਾ ਐਨੀਮਲ ਕਿਹੜਾ ਮਿਲਿਆ ਹੜੱਪਨ ਸਾਈਟਸ ਦੇ ਉੱਤੇ, ਉਹ ਸੀਗਾ ਆਪਣੇ ਕੋਲ ਯੂਨੀਕॉर्न ਬੁੱਲ। ਪਲੱਗਡ ਫੀਲਡਸ ਮਤਲਬ ਐਗਰੀਕਲਚਰ ਦੇ ਪਲੱਗਡ ਫੀਲਡਸ ਆਪਾਂ ਨੂੰ ਸਭ ਤੋਂ ਪਹਿਲਾਂ ਕਿੱਥੇ ਮਿਲੇ, ਕਾਲੀਬੰਗਨ ਦੇ ਵਿੱਚ ਮਿਲੇ। ਨਾਟ ਫਾਊਂਡ ਇਨ ਐਕਸਕੇਵੇਸ਼ਨ ਆਫ ਹੜੱਪਨ ਸਾਈਟ, ਕਿਹੜੀ ਚੀਜ਼ ਹੈ ਜਿਹੜੀ ਹੜੱਪਨ ਦੀਆਂ ਸਾਈਟਸ ਦੇ ਵਿੱਚ ਆਪਾਂ ਨੂੰ ਨਹੀਂ ਮਿਲੀ, ਉਹ ਹੈਗੇ ਨੇ ਆਪਣੇ ਕੋਲ ਟੈਂਪਲਸ। ਇੰਡਸ ਇਕਨੋਮਿਕ ਦੀ ਬੈਕਬੋਨ ਕੀ ਸੀਗੀ, ਐਗਰੀਕਲਚਰ। ਮੇਨ ਆਕਿਊਪੇਸ਼ਨ ਲੋਕਾਂ ਦਾ ਖੇਤੀਬਾੜੀ ਹੀ ਸੀਗਾ। ਹੜੱਪਨ ਪਹਿਲੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਕੀ ਪ੍ਰੋਡਿਊਸ ਕੀਤੀ ਸੀ, ਕਾਟਨ ਪ੍ਰੋਡਿਊਸ ਕੀਤੀ ਸੀ। ਕਾਲੀਬੰਗਨ ਪੋਟਰੀ ਯਾਨੀ ਕਿ ਮਿੱਟੀ ਦੇ ਭਾਂਡੇ ਬਣਾਉਣ ਦੇ ਵਿੱਚ ਇਹ ਸ਼ਹਿਰ ਬਹੁਤ ਹੀ ਫੇਮਸ ਸੀਗਾ। ਡਾਂਸਿੰਗ ਗਰਲ ਦੀ ਫਿਗਰ ਆਪਾਂ ਨੂੰ ਕਿੱਥੋਂ ਮਿਲਦੀ ਹੈ, ਮੋਹੈਂਜੋ ਦਾਰੋ ਦੇ ਵਿੱਚ ਮਿਲਦੀ ਹੈ। ਮੋਹੈਂਜੋ ਦਾਰੋ ਦੀ ਲਾਰਜੈਸਟ ਬਿਲਡਿੰਗ ਕਿਹੜੀ ਸੀ, ਉਹ ਹੈਗੀ ਆਪਣੇ ਕੋਲ ਗ੍ਰੈਨਰੀ। ਪਸ਼ੂਪਤੀ ਸੀਲ ਹੈ ਜਿਹੜੀ ਉਹ ਕਿੱਥੋਂ ਮਿਲੀ ਸੀ ਆਪਾਂ ਨੂੰ, ਮੋਹੈਂਜੋ ਦਾਰੋ ਵਿੱਚ ਹੀ ਮਿਲੀ ਸੀ। ਪਸ਼ੂਪਤੀ ਉਹਨਾਂ ਦਾ ਲਾਰਡ ਸੀਗਾ ਜਿਹਦੀ ਉਹ ਵਰਸ਼ਿਪ ਕਰਦੇ ਸੀਗੇ। ਡਾਇਰੈਕਟਰ ਜਨਰਲ ਆਫ ਆਰਕੋਲੋਜੀਕਲ ਸਰਵੇ ਆਫ ਇੰਡੀਆ ਕੌਣ ਸੀਗਾ ਜਦੋਂ ਹੜੱਪਾ ਦੀ ਐਕਸਕੇਵੇਸ਼ਨ ਹੋਈ ਸੀ, ਕੌਣ ਸੀ, ਜੌਨ ਮਾਰਸ਼ਲ। ਆਪਾਂ ਪਹਿਲਾਂ ਵੀ ਪੜ੍ਹ ਕੇ ਹਟਿਆ ਵੀ ਜੌਨ ਮਾਰਸ਼ਲ ਇੱਕ ਆਰਕੋਲੋਜਿਸਟ ਸੀਗਾ ਤੇ ਉਹ ਟਾਈਮ ਦੇ ਵਿੱਚ ਡਾਇਰੈਕਟਰ ਜਨਰਲ ਵੀ ਸੀਗਾ। ਐਵੀਡੈਂਸ ਆਫ ਫੋਰਟੀਫਾਈਡ ਸੈਟਲਮੈਂਟ, ਸਭ ਤੋਂ ਜ਼ਿਆਦਾ ਫੋਰਟ ਦੇਖਣ ਨੂੰ ਆਪਾਂ ਨੂੰ ਕਿੱਥੇ ਮਿਲੇ, ਕੋਟ ਡੀਜੀ ਦੇ ਵਿੱਚ। ਸਭ ਤੋਂ ਪਹਿਲਾਂ ਐਗਰੀਕਲਚਰ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲੀ, ਮੇਹਰਗੜ੍ਹ ਦੇ ਵਿੱਚ। ਪਰਸ਼ੀਅਨ ਗੁਲਫ ਸੀਲ ਕਿੱਥੇ ਦੇਖਣ ਨੂੰ ਮਿਲੀ, ਲੋਥਲ, ਕਿਉਂਕਿ ਲੋਥਲ ਇੱਕ ਟ੍ਰੇਡਿੰਗ ਸੈਂਟਰ ਸੀਗਾ। ਇੱਥੇ ਅਲੱਗ-ਅਲੱਗ ਸਿਵਲਾਈਜੇਸ਼ਨ ਦੇ ਲੋਕ ਆਉਂਦੇ ਜਾਂਦੇ ਰਹਿੰਦੇ ਸੀ, ਤਾਂ ਅਲੱਗ-ਅਲੱਗ ਸੀਲਸ, ਮੋਹਰਾਂ ਆਪਾਂ ਨੂੰ ਇੱਥੋਂ ਪ੍ਰਾਪਤ ਹੋਈਆਂ। ਸੋਸ਼ਲ ਸਿਸਟਮ ਹੜੱਪਾ ਦਾ ਕਿਹੋ ਜਿਹਾ ਸੀਗਾ, ਫੇਅਰਲੀ ਇਗੈਲੀਟੇਰੀਅਨ ਸੀ, ਮਤਲਬ ਕਿ ਜੋ ਹੜੱਪਾ ਦੀ ਸੁਸਾਇਟੀ ਸੀ ਉਹ ਬਿਲਕੁਲ ਹੀ ਇਕੁਅਲ ਰਾਈਟ ਦਿੰਦੀ ਸੀ, ਗਰਲਸ ਨੂੰ ਵੀ ਬॉयਜ਼ ਨੂੰ ਵੀ, ਕੋਈ ਮਤਭੇਦ ਨਹੀਂ ਕੀਤੇ ਜਾਂਦੇ ਸੀ। Which domesticated animal was absent in the terracotta of Indus civilization? ਕਿਹੜਾ ਐਨੀਮਲ ਮਿਸਿੰਗ ਸੀਗਾ, ਪਾਲਤੂ ਪਸ਼ੂ ਕਿਹੜਾ ਮਿਸਿੰਗ ਸੀਗਾ, ਕਾਊ ਸੀਗੀ ਮਿਸਿੰਗ। ਠੀਕ ਹੈ, ਰੋ ਮਟੀਰੀਅਲ ਕਿਹੜਾ ਮਟੀਰੀਅਲ ਯੂਜ਼ ਨਹੀਂ ਸੀ ਕਰਦੇ ਇੰਡਸ ਦੇ ਲੋਕ, ਲਾਈਮਸਟੋਨ। ਕਿਹੜੀ ਸਦੀ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਖੋਜ ਕੀਤੀ ਗਈ, 19th ਸੈਂਚੁਰੀ। ਪਲੇਸ ਨੋਨ ਫॉर ਇਟਸ ਯੂਨੀਕ ਵਾਟਰ ਮੈਨੇਜਮੈਂਟ ਕਿਹੜੇ ਸ਼ਹਿਰ ਦਾ ਵਧੀਆ ਸੀਗਾ, ਧੋਲਾਵੀਰਾ ਦਾ। ਠੀਕ ਹੈ, ਸਭ ਤੋਂ ਜ਼ਿਆਦਾ ਐਨੀਮਲ ਕਿਹੜਾ ਡੋਮੈਸਟੀਕੇਟ ਕਰਦੇ ਸੀ, ਕਿਹੜਾ ਪਾਲਤੂ ਪਸ਼ੂ ਰੱਖਦੇ ਸੀ, ਬੁੱਲ ਰੱਖਦੇ ਸੀਗੇ। ਪੋਪੂਲਰ ਸਪੋਰਟ ਕਿਹੜੀ ਸੀ ਇੰਡਸ ਸਿਵਲਾਈਜੇਸ਼ਨ ਦੀ, ਲੂਡੋ ਖੇਡਦੇ ਸੀਗੇ ਉਹ। ਵਿਚ ਟਾਈਪ ਆਫ ਸੀਲਸ ਵਰ ਮੋਸਟਲੀ ਯੂਜ਼ਡ, ਸਟੋਨ ਸੀਲਸ, ਪੱਥਰ ਦੀਆਂ ਬਣੀਆਂ ਮੋਹਰਾਂ ਹੀ ਉਹ ਵਰਤਦੇ ਸੀਗੇ। ਕਰੰਟ ਸਟੇਟਸ ਕੀ ਹੈ ਇੰਡਸ ਸਕ੍ਰਿਪਟ ਦਾ, ਮਤਲਬ ਜੋ ਵੀ ਆਪਾਂ ਨੂੰ ਇੰਡਸ ਦੀ ਲਿਪੀ ਮਿਲੀ ਹੈ ਉਹਦਾ ਸਟੇਟਸ ਕੀ ਹੈ, ਵੀ ਉਹ ਪੜ੍ਹੀ ਨਹੀਂ ਜਾ ਸਕਦੀ, ਅਨਡੈਸੀਫਰ ਹੈ। ਐਨੀਮਲਸ ਔਨ ਪਸ਼ੂਪਤੀ ਸੀਲ, ਪਸ਼ੂਪਤੀ ਮਤਲਬ ਲਾਰਡ ਸ਼ਿਵਾ ਨੂੰ ਕਿਹਾ ਜਾਂਦਾ ਪਸ਼ੂਪਤੀ। ਉਹਨਾਂ ਦੇ ਆਲੇ ਦੁਆਲੇ 4 ਐਨੀਮਲਸ ਬਿਠਾਏ ਗਏ ਸੀਗੇ, ਕਿਹੜੇ ਸੀ, ਐਲੀਫੈਂਟ, ਟਾਈਗਰ, ਰਾਇਨੋਸੌਰਸ ਤੇ ਬਫੈਲੋ। ਕੰਟਰੀ ਹੈਜ਼ ਦ ਲਾਰਜੈਸਟ ਨੰਬਰ ਆਫ ਇਨਸਕ੍ਰਿਪਸ਼ਨਸ ਇਨ ਇੰਡਸ ਸਕ੍ਰਿਪਟ ਡਿਸਕਵਰਡ, ਪਾਕਿਸਤਾਨ। ਮਤਲਬ ਪਾਕਿਸਤਾਨ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਜਿਹੜੀਆਂ ਇੰਡਸ ਸਕ੍ਰਿਪਟ ਹੈ ਉਹ ਜ਼ਿਆਦਾ ਪਾਈ ਜਾਂਦੀ ਹੈ, ਕਿਉਂਕਿ ਮੇਨ ਸਾਈਟਸ ਸੀਗੀਆਂ ਜਿਹੜੀਆਂ ਹੜੱਪਾ ਹੋ ਗਈ, ਮੋਹੈਂਜੋ ਦਾਰੋ ਹੋ ਗਈ, ਉਹ ਪਾਕਿਸਤਾਨ ਦੇ ਵਿੱਚ ਹੀ ਚਲ ਗਈਆਂ। ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਬਚੀਆਂ ਨੇਗੀਆਂ, ਉੱਥੋਂ ਆਪਾਂ ਨੂੰ ਇੰਨੇ ਪ੍ਰੀਸ਼ੀਅਸ ਸੋਰਸ ਦੇਖਣ ਨੂੰ ਨਹੀਂ ਮਿਲੇ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਆਈ ਹੋਪ ਯੂ ਲਾਈਕ ਮਾਈ ਕੰਟੈਂਟ। ਜੇਕਰ ਤੁਹਾਨੂੰ ਮੇਰਾ ਕੰਟੈਂਟ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਜਸਟ ਨੋਟਸ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।